ਸਾਹਿਬ ਤੋਂ ਫੈਸਲੇ ਹੋਣੇ ਸਨ ਜਾਂ ਸਾਡੀਆਂ ਜਿਹੜੀਆਂ ਕੌਮੀ ਸੰਸਥਾ ਜਿਹੜੀ ਸੁਪਰੀਮ ਪਾਵਰਾਂ ਨੇ ਉੱਥੋਂ ਫੈਸਲੇ ਹਟ ਕੇ ਸਾਡੇ ਕੋਰਟਾਂ ਵਿੱਚ ਜਾ ਰਹੇ ਬਾਣੀ ਦੇ ਕਾਰਨ ਕੀ ਹੈ। ਪੰਕਤੀ ਹੈ ਜੀ, ਬੋਲ ਸੋ ਧਰਮੀ ਅੜਿਆ ਮੋਣ ਕਾ ਧਾਰੀ ਰਾਮ, ਤੂੰ ਨੇਤਰੀ ਦੇਖ ਚਲਿਆ ਮਾਇਆ ਵਿਵਹਾਰੀ ਰਾਮ। ਤੇਰੇ ਸਾਹਮਣੇ ਮਾਇਆ ਦੀਆਂ ਖੇਡਾਂ ਹੋ ਰਹੀਆਂ ਨੇ, ਤੂੰ ਧਰਮੀ ਅਖਵਾਉਣ ਵਾਲਿਆ ਤੂੰ ਇਸ ਗੱਲ ਨੂੰ ਕਿਉਂ ਨਹੀਂ ਉਜਾਗਰ ਕਰ। ਹਾਲਾਤ ਸਾਡੇ ਐਸੇ ਹੋ ਗਏ ਨੇ ਜੋ ਇਲੈਕਸ਼ਨ ਸਿਸਟਮ ਹੋ ਗਿਆ। ਇਲੈਕਸ਼ਨ ਵਿੱਚ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਜਿਤਨੇ ਵੀ ਆਦਮੀ ਤਕਰੀਬਨ ਸਾਰਿਆਂ ਦੀ ਮੈਂ ਗੱਲ ਨਹੀਂ ਕਰਾਂਗਾ, ਪਰ ਬਹੁ ਸੰਮਤੀ ਸਾਡੀ ਉਹਨਾਂ ਲੋਕਾਂ ਦੀ ਹੈ, ਚਾਹੇ ਉਹ ਸਾਡੇ ਉੱਪਰਲੇ ਅਦਾਰੇ ਨੇ, ਸ਼੍ਰੋਮਣੀ ਕਮੇਟੀ ਦੇਖ ਲਈਏ, ਚਾਹੇ ਸਾਡੀ ਡਿਸਟ੍ਰਿਕਟ ਕਮੇਟੀ ਦੇਖ ਲਈਏ, ਚਾਹੇ ਸਾਡੇ ਛੋਟੇ ਗੁਰਦੁਆਰੇ ਦੇਖ ਲਈਏ, ਜਿਨ੍ਹਾਂ ਨੂੰ ਧਰਮ ਦੀ ਨਾਲੇਜ ਨਹੀਂ, ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਨਹੀਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਕਦੇ ਦਰਸ਼ਨ ਵੀ ਨਹੀਂ ਕੀਤੇ। ਪੜ੍ਹਨਾ ਤਾਂ ਜਾਪ ਕਰਨਾ ਜਾਂ ਉਹਦੀ ਵਿਚਾਰਧਾਰਾ ਨੂੰ ਸਮਝਣਾ ਤਾਂ ਬੜੀ ਦੂਰ ਦੀ ਗੱਲ ਹੈ। ਸਾਡੇ ਤੇ ਉਹ ਲੋਕ ਚੋਣਾਂ ਵੀ ਦੇਖਦੇ ਹਾਂ, ਗੁਰੂ ਘਰ ਦੀਆਂ ਇਲੈਕਸ਼ਨਾਂ ਵਿੱਚ ਸ਼ਰਾਬ ਦਾ ਇਸਤੇਮਾਲ ਕਰਨਾ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਸ਼ਰਾਬ ਦੇ ਉੱਤੇ ਮਨਾਹੀ ਲਿਖੀ ਹੋਈ ਹੈ, ਬਾਰ-ਬਾਰ ਵਰਜਿਆ ਗਿਆ ਹੈ, ਤੇ ਫਿਰ ਉਸੇ ਗੁਰੂ ਦੀਆਂ ਇਲੈਕਸ਼ਨਾਂ ਵਾਸਤੇ, ਕਿਉਂਕਿ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਾਸਤੇ ਫਿਰ ਸ਼ਰਾਬਾਂ ਵੰਡ ਦੇਣੀਆਂ ਜਾਂ ਪੈਸੇ ਵੰਡ ਦੇਣੇ, ਲੜਾਈਆਂ ਕਰ ਦੇਣੀਆਂ। ਸਤਿਗੁਰਾਂ ਦੇ ਘਰ ਵਿੱਚ ਚੋਰੀ ਹੋਵੇਗੀ, ਕੋਈ ਮਰਿਆਦਾ ਦਾ ਉਲੰਘਣ ਹੋਵੇਗਾ ਤੇ ਕੁੱਤੇ ਦਾ ਕੰਮ ਹੈ ਭੌਂਕਣਾ। ਮੈਂ ਇਹ ਗੱਲ ਜ਼ਰੂਰ ਅਸੀਂ ਸਟੇਜ ਦੇ ਉੱਤੇ ਕਹਿੰਦੇ ਹਾਂ, ਪਰ ਇਸ ਦਾ ਕਾਰਨ ਇਹ ਹੈ ਕਿ ਬਹੁ ਸੰਮਤੀ ਜੋ ਹੈ ਦਾਸ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਥਿਆ ਹੈ ਬੱਚਿਆਂ ਨੂੰ ਦੇ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਲਿਆਈ ਜਾਵੇ। ਪਰ ਇਸ ਪਾਸੇ ਵੱਲ ਬਹੁਤ ਉਪਰਾਲਾ ਘੱਟ ਹੋ ਰਿਹਾ ਹੈ ਤੇ ਜਿਸ ਕਾਰਨ ਇਹ ਸਾਡੇ ਬੱਚੇ ਉਸ ਪਾਸੇ ਜਾ। KG ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹੋਸਟ ਰਮਨੀਕ ਸਿੰਘ ਅੱਜ ਤੁਹਾਡੇ ਰੂਬਰੂ ਹੋਇਆ ਹਾਂ। ਜੋ ਪੰਥ ਦੇ ਫੈਸਲੇ ਕੋਰਟਾਂ ਕਚਹਿਰੀਆਂ ਤੱਕ ਪਹੁੰਚ ਗਏ ਹਨ, ਜੋ ਕਦੇ ਅਕਾਲ ਤਖਤ ਸਾਹਿਬ ਤੇ ਸਾਡੇ ਫੈਸਲੇ ਹੋਇਆ ਕਰਦੇ ਸਨ, ਅੱਜ ਪੰਥ ਦੇ ਫੈਸਲੇ ਕੋਰਟਾਂ ਕਚਹਿਰੀਆਂ ਤੱਕ ਪਹੁੰਚ ਗਏ ਹਨ। ਕੌਣ ਇਹਨਾਂ ਨੂੰ ਉੱਥੇ ਤੱਕ ਲੈ ਕੇ ਗਿਆ ਹੈ, ਕਿਵੇਂ ਜੋ ਕੋਰਟਾਂ ਕਚਹਿਰੀਆਂ ਤੱਕ ਚਲੇ ਗਏ ਹਨ। ਉਹ ਪੰਥ ਦੇ ਫੈਸਲੇ ਜੋ ਪੰਥ ਲੈਂਦਾ ਸੀ, ਅੱਜ ਪੰਥ ਦੀ ਸ਼ਖਸੀਅਤਾਂ ਕਿਆ ਉਹ ਇੱਥੇ ਕਮਜ਼ੋਰ ਪੈ ਗਈਆਂ ਹਨ ਕਿ ਅੱਜ ਜਿਹੜੇ ਸਾਡੇ ਫੈਸਲੇ ਗੁਰੂ ਘਰਾਂ ਦੀ ਬਜਾਏ ਕੋਰਟਾਂ ਵਿੱਚ ਉਛਾਲੇ ਜਾ ਰਹੇ ਹਨ। ਅੱਜ ਇਸੇ ਮੁੱਦੇ ਤੇ ਗੱਲ ਕਰਨ ਲਈ ਸਾਡੇ ਨਾਲ ਜੁੜੇ ਹਨ ਵੀਰ ਅਮਰ ਸਿੰਘ ਜੀ। ਇਹਨਾਂ ਨਾਲ ਇਸੇ ਮੁੱਦੇ ਤੇ ਗੱਲ ਕਰਾਂਗੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ KG ਨਿਊਜ਼ ਦੇ ਮਾਧਿਅਮ ਦੇ ਰਾਹੀਂ ਆਪ ਜੀ ਨੇ ਜੋ ਸਵਾਲ ਕੀਤੇ ਨੇ ਉਹਨਾਂ ਦਾ ਜਵਾਬ ਦਿਆਂ। ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਸਵਾਲ ਕੀਤਾ ਹੈ ਕਿ ਜਿਹੜੇ ਅੱਜ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਣੇ ਸਨ ਜਾਂ ਸਾਡੀਆਂ ਜਿਹੜੀਆਂ ਕੌਮੀ ਸੰਸਥਾ ਜਿਹੜੀ ਸੁਪਰੀਮ ਪਾਵਰਾਂ ਨੇ ਉੱਥੋਂ ਫੈਸਲੇ ਹਟ ਕੇ ਸਾਡੇ ਕੋਰਟਾਂ ਵਿੱਚ ਜਾ ਰਹੇ, ਇਹਨਾਂ ਦਾ ਕਾਰਨ ਕੀ ਹੈ। ਤਾਂ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਤਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਗੁਰੂ ਸਾਹਿਬਾਂ ਦੇ ਇਤਿਹਾਸਾਂ ਨੂੰ ਪੜ੍ਹਦੇ ਹਾਂ, ਇਤਿਹਾਸਾਂ ਨੂੰ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਨੇ ਜ਼ਿੰਮੇਵਾਰੀਆਂ ਸੌਂਪੀਆਂ ਸਨ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ, ਇਸੇ ਤਰ੍ਹਾਂ ਟਰਨ ਬਾਈ ਟਰਨ ਗੁਰੂ ਦਸਮ ਪਾਤਸ਼ਾਹ ਤੱਕ ਇੱਕ ਜ਼ਿੰਮੇਵਾਰੀਆਂ ਆਈਆਂ ਨੇ। ਉਹਨਾਂ ਜ਼ਿੰਮੇਵਾਰੀਆਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਪੰਥ ਮੈਂਬਰ ਬਣਾ ਕਰਕੇ ਗ੍ਰੰਥ ਅਤੇ ਪੰਥ ਦੇ ਹਵਾਲੇ ਕੀਤਾ, ਤੇ ਪੰਥਕ ਮੈਂਬਰ ਹਰ ਇੱਕ ਖਾਲਸਾ, ਹਰ ਇੱਕ ਜੋ ਸਿੱਖ ਹੈ, ਜੋ ਅੰਮ੍ਰਿਤਧਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਯਕੀਨ ਰੱਖਣ ਵਾਲਾ ਤੇ ਗੁਰੂ ਸਾਹਿਬਾਂ ਦੇ ਵਿਚਾਰਧਾਰਾ ਦੇ ਨਾਲ ਟੁਰਨ ਵਾਲਾ ਜੋ ਸਿੱਖ ਹੈ, ਉਹ ਪੰਥ ਦਾ ਮੈਂਬਰ ਹੈ। ਇਹ ਸਾਡੀ ਰਹਿਤ ਮਰਿਆਦਾ ਵਿੱਚ ਆਮ ਤੌਰ 'ਤੇ ਵੀ ਲਿਖਿਆ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸਾਡੇ ਆਗੂ ਆ ਗਏ, ਜਦੋਂ ਮੈਂ ਇੱਕ ਗੱਲ ਆਪ ਜੀ ਨਾਲ ਕਰ, ਬਾਣੀ ਦੇ ਅੰਦਰ ਇੱਕ ਪੰਕਤੀ ਹੈ ਜੀ, ਬੋਲ ਸੋ ਧਰਮੀ ਅੜਿਆ ਮੋਣ ਕਤ ਧਾਰੀ ਰਾਮ, ਤੂੰ ਨੇਤਰੀ ਦੇਖ ਚਲਿਆ ਮਾਇਆ ਵਿਵਹਾਰੀ ਰਾਮ। ਤੇਰੇ ਸਾਹਮਣੇ ਮਾਇਆ ਦੀਆਂ ਖੇਡਾਂ ਹੋ ਰਹੀਆਂ ਨੇ, ਤੂੰ ਧਰਮੀ ਅਖਵਾਉਣ ਵਾਲਿਆ ਤੂੰ ਇਸ ਗੱਲ ਨੂੰ ਕਿਉਂ ਨਹੀਂ ਉਜਾਗਰ ਕਰਕੇ ਵਿਚਾਰ ਕਰਦਾ। ਪਰ ਹਾਲਾਤ ਸਾਡੇ ਐਸੇ ਹੋ ਗਏ ਨੇ ਜੋ ਇਲੈਕਸ਼ਨ ਸਿਸਟਮ ਹੋ ਗਿਆ। ਇਲੈਕਸ਼ਨ ਵਿੱਚ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਜਿਤਨੇ ਵੀ ਆਦਮੀ ਤਕਰੀਬਨ ਸਾਰਿਆਂ ਦੀ ਮੈਂ ਗੱਲ ਨਹੀਂ ਕਰਾਂਗਾ, ਪਰ ਬਹੁ ਸੰਮਤੀ ਸਾਡੀ ਉਹਨਾਂ ਲੋਕਾਂ ਦੀ ਹੈ, ਚਾਹੇ ਉਹ ਸਾਡੇ ਉੱਪਰਲੇ ਅਦਾਰੇ ਨੇ, ਸ਼੍ਰੋਮਣੀ ਕਮੇਟੀ ਦੇਖ ਲਈਏ, ਚਾਹੇ ਸਾਡੀ ਡਿਸਟ੍ਰਿਕਟ ਕਮੇਟੀ ਦੇਖ ਲਈਏ, ਚਾਹੇ ਸਾਡੇ ਛੋਟੇ ਗੁਰਦੁਆਰੇ ਦੇਖ ਲਈਏ, ਜਿਨ੍ਹਾਂ ਨੂੰ ਧਰਮ ਦੀ ਨਾਲੇਜ ਨਹੀਂ, ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਨਹੀਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਓਂਕਾਰ ਤੋਂ ਲੈ ਕੇ
18 10 20 ਤੱਕ ਕਦੇ ਦਰਸ਼ਨ ਵੀ ਨਹੀਂ ਕੀਤੇ। ਪੜ੍ਹਨਾ ਤਾਂ ਜਾਪ ਕਰਨਾ ਜਾਂ ਉਹਦੀ ਵਿਚਾਰਧਾਰਾ ਨੂੰ ਸਮਝਣਾ ਤਾਂ ਬੜੀ ਦੂਰ ਦੀ ਗੱਲ ਹੈ। ਸਾਡੇ ਤੇ ਉਹ ਲੋਕ ਹਾਵੀ ਹੋ ਗਏ, ਉਹਨਾਂ ਨੂੰ ਅਸੀਂ ਜਿਤਾਉਣ ਵਾਲੇ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਦੋਸ਼ੀ ਆਪਣੇ ਆਪ ਨੂੰ ਅਸੀਂ ਸਮਝਾਂਗੇ ਕਿ ਜਦੋਂ ਅਸੀਂ ਗੁਰੂ ਦੀ ਮਰਿਆਦਾ ਨੂੰ ਨਹੀਂ ਸਮਝ ਸਕਦੇ, ਨਾ ਸਮਝਣ ਦੇ ਕਾਰਨ ਕਿ ਸਾਡੇ ਇਸ ਕੌਮ ਨੂੰ ਚਲਾਉਣ ਵਾਲੀ ਵਾਗਡੋਰ ਜਿਸ ਨੂੰ ਅਸੀਂ ਦੇ ਰਹੇ ਹਾਂ ਉਹ ਗੁਰੂ ਦੀ ਵਿਚਾਰਧਾਰਾ ਨਾਲ ਜੁੜਦਾ ਹੈ, ਉਸ ਨੂੰ ਵਿਚਾਰਧਾਰਾ ਦੀ ਨੌਲੇਜ ਹੈ ਜਾਂ ਨਹੀਂ ਹੈ। ਸਭ ਤੋਂ ਵੱਡੀ ਕਸੂਰ ਅੱਜ ਬਦਕਿਸਮਤੀ ਸਾਡੀ ਕੌਮ ਦੀ ਇਹੀ ਹੈ ਕਿ ਅਸੀਂ ਜਿਹੜੇ ਚੋਣ ਕਰਦੇ ਹਾਂ ਉਸ ਵੇਲੇ ਅਸੀਂ ਇਹ ਨਹੀਂ ਦੇਖਦੇ, ਕਿਉਂਕਿ ਅਸੀਂ ਜਦੋਂ ਚੋਣਾਂ ਵੀ ਦੇਖਦੇ ਹਾਂ ਗੁਰੂ ਘਰ ਦੀਆਂ ਇਲੈਕਸ਼ਨਾਂ ਵਿੱਚ ਸ਼ਰਾਬ ਦਾ ਇਸਤੇਮਾਲ ਕਰਨਾ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਸ਼ਰਾਬ ਦੇ ਉੱਤੇ ਮਨਾਹੀ ਲਿਖੀ ਹੋਈ ਹੈ, ਬਾਰ-ਬਾਰ ਵਰਜਿਆ ਗਿਆ ਹੈ, ਤੇ ਫਿਰ ਉਸੇ ਗੁਰੂ ਦੀਆਂ ਇਲੈਕਸ਼ਨਾਂ ਵਾਸਤੇ, ਕਿਉਂਕਿ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਾਸਤੇ ਫਿਰ ਸ਼ਰਾਬਾਂ ਵੰਡ ਦੇਣੀਆਂ ਜਾਂ ਪੈਸੇ ਵੰਡ ਦੇਣੇ, ਲੜਾਈਆਂ ਕਰ ਦੇਣੀਆਂ, ਇਹ ਚੰਗੀ ਗੱਲ ਨਹੀਂ। ਮੈਂ ਤਾਂ ਇਹੀ ਸਮਝਦਾ ਹਾਂ ਕਿ ਸੰਗਤ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਸਾਡੀਆਂ ਚੋਣਾਂ ਹੋਣ, ਚਾਹੇ ਉਹ ਸਾਡੇ ਛੋਟੇ ਗੁਰਦੁਆਰਿਆਂ ਦੀਆਂ ਹੋਣ, ਚਾਹੇ ਉਹ ਵੱਡੇ ਗੁਰਦੁਆਰਿਆਂ ਦੀਆਂ ਹੋਣ, ਚਾਹੇ ਡਿਸਟ੍ਰਿਕਟ ਕਮੇਟੀ ਦੀਆਂ ਹੋਣ, ਉਸ ਵੇਲੇ ਸਾਨੂੰ ਸਮਝ ਕੇ ਵੋਟ ਦੇਣੀ ਚਾਹੀਦੀ ਹੈ ਕਿ ਗੁਰੂ ਘਰ ਦਾ ਕਿਤਨਾ ਕੋ ਜਾਣੂ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਕਸੂਰ ਮੈਂ ਆਪਣੇ 'ਤੇ ਵੀ ਲਗਾਵਾਂਗਾ ਜਿਹੜੇ ਅਸੀਂ ਚੁਣ ਕੇ ਉਹਨਾਂ ਲੋਕਾਂ ਨੂੰ ਦਿੰਦੇ ਹਾਂ ਅਤੇ ਫਿਰ ਉਹਨਾਂ ਦਾ ਹਾਲਾਤ ਐਸੇ ਸਾਡੇ ਸਾਹਮਣੇ ਅੱਜ ਆ ਰਹੇ ਨੇ। ਤੁਹਾਨੂੰ ਵੀਰ ਜੀ ਮੈਂ ਅਕਸਰ ਗੁਰਦੁਆਰਾ ਸਾਹਿਬ ਤੁਹਾਨੂੰ ਪ੍ਰਚਾਰ ਕਰਦੇ ਦੇਖਿਆ, ਕਾਫੀ ਜਗ੍ਹਾ ਤੁਸੀਂ ਜਾਂਦੇ ਹੋ ਪ੍ਰਚਾਰ ਕਰਦੇ ਹੋ, ਅਕਸਰ ਤੁਹਾਨੂੰ ਦੇਖਿਆ, ਮੈਂ ਸੁਣਦਿਆ ਔਰ ਤੁਹਾਨੂੰ ਵਹਿੰਦੇ ਵੀ ਹਾਂ ਅਸੀਂ ਔਰ ਸੁਣਦੇ ਵੀ ਹਾਂ, ਲੇਕਿਨ ਗੁਰਦੁਆਰੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਬੜੇ ਹੁੰਮ ਆ ਕੇ ਜ਼ੋਰਾਂ ਸ਼ੋਰਾਂ 'ਤੇ ਗੱਲ ਕਹਿ ਕੇ ਕਹਿੰਦੇ ਹੋ ਕਿ ਮੈਂ ਗੁਰੂ ਘਰ ਦਾ ਕੁੱਕਰ ਹਾਂ ਔਰ ਗੁਰੂ ਘਰ ਦਾ ਵਫਾਦਾਰ ਕੁੱਕਰ ਹਾਂ। ਜਿਹੜੇ ਗੁਰੂ ਘਰ ਵਿੱਚ ਕੁਝ ਐਸੀ ਗੱਲ ਹੁੰਦੀ ਹੈ ਤਾਂ ਕੁੱਤੇ ਦਾ ਕੰਮ ਹੈ ਭੌਂਕਣਾ, ਤੇ ਮੈਂ ਕੁੱਕਤਾ ਹਾਂ ਜੀ, ਮੈਂ ਕੁੱਤਾ ਹਾਂ। ਅਕਸਰ ਤੁਸੀਂ ਸਟੇਜਾਂ 'ਤੇ ਕਹਿੰਦੇ ਆਏ ਹੋ ਕਿ ਸਮਾਜ ਵਿੱਚ ਜੋ ਸਾਡਾ ਸੁਨੇਹਾ ਜਾ ਰਿਹਾ ਹੈ ਚੰਗਾ ਨਹੀਂ ਜਾ ਰਿਹਾ। ਸਿੱਖ ਕੌਮ ਨੂੰ ਇਹਨਾਂ ਜੋ ਅਹੁਦੇਦਾਰਾਂ ਨੇ ਧੜਿਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ। 2% ਜੰਮੂ ਕਸ਼ਮੀਰ ਸਿੱਖ ਹਨ, 2% ਤੁਸੀਂ 4 ਧੜਿਆਂ 'ਚ ਵੰਡ ਦਿੱਤਾ ਹੈ। ਕਿਆ ਇਹ ਸਿੱਖ ਜੋ ਨੁਮਾਇੰਦੇ ਹਨ, ਤੁਸੀਂ ਅਹੁਦੇਦਾਰ ਇਹਨਾਂ ਨੂੰ ਚੁਣਦੇ ਹੋ, ਕਿਆ ਇਹਨਾਂ ਨੂੰ ਕੌਮ ਨੂੰ ਵੰਡ ਕਰਨ ਲਈ, ਕੌਮ ਦੀ ਵੰਡ ਕਰਨ ਲਈ ਇਹਨਾਂ ਨੂੰ ਅਹੁਦੇਦਾਰੀਆਂ ਦਿੱਤੀ ਜਾਂਦੀਆਂ ਨੇ? ਹਾਂ ਦੇਖੋ, ਜਿਹੜਾ ਜਿੱਥੇ ਤੱਕ ਕੁੱਕਰ ਦੀ ਗੱਲ ਹੈ, ਹਾਂ ਅਸੀਂ ਕੁੱਕਰ ਹਾਂ, ਉਹ ਸਤਿਗੁਰਾਂ ਦੇ ਅਸੀਂ ਕੁੱਕਰ ਹਾਂ। ਅਸੀਂ ਜਦੋਂ ਸਤਿਗੁਰਾਂ ਦੇ ਘਰ ਵਿੱਚ ਚੋਰੀ ਹੋਵੇਗੀ, ਕੋਈ ਮਰਿਆਦਾ ਦਾ ਉਲੰਘਣ ਹੋਵੇਗਾ ਤੇ ਕੁੱਤੇ ਦਾ ਕੰਮ ਹੈ ਭੌਂਕਣਾ। ਮੈਂ ਇਹ ਗੱਲ ਜ਼ਰੂਰ ਅਸੀਂ ਸਟੇਜ ਦੇ ਉੱਤੇ ਕਹਿੰਦੇ ਹਾਂ, ਪਰ ਇਸ ਦਾ ਕਾਰਨ ਇਹ ਹੈ ਕਿ ਬਹੁ ਸੰਮਤੀ ਜੋ ਹੈ, ਦਾਸ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਥਿਆ ਹੈ ਬੱਚਿਆਂ ਨੂੰ ਦੇ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਲਿਆਈ ਜਾਵੇ। ਪਰ ਇਸ ਪਾਸੇ ਵੱਲ ਬਹੁਤ ਉਪਰਾਲਾ ਘੱਟ ਹੋ ਰਿਹਾ ਹੈ ਤੇ ਜਿਸ ਕਾਰਨ ਇਹ ਸਾਡੇ ਬੱਚੇ ਉਸ ਪਾਸੇ ਜਾ ਨਹੀਂ ਰਹੇ। ਜਿੱਥੇ ਤੱਕ ਗੁਰੂ ਘਰ ਦਾ ਸਵਾਲ ਹੈ, ਗੁਰੂ ਪਿਆਰਿਓ, ਅਸੀਂ ਇਹ ਰੌਲਾ ਪਾਉਂਦੇ ਹਾਂ ਬਾਰ-ਬਾਰ, ਗੌਰਮੈਂਟ ਨੇ ਸਾਡੀ ਪੰਜਾਬੀ ਬੰਦ ਕਰ ਦਿੱਤੀ। ਮੈਂ ਇੱਕ ਗੱਲ ਆਪ ਜੀ ਸੰਗਤਾਂ ਸਾਹਮਣੇ ਇਸ ਮਾਧਿਅਮ ਦੇ ਰਾਹੀਂ, ਚੈਨਲ ਦੇ ਰਾਹੀਂ ਆਪ ਜੀ ਨੂੰ ਇਹ ਦਰਸਾਉਣਾ ਚਾਹੁੰਦਾ ਹਾਂ ਕਿ ਜੇ ਗੌਰਮੈਂਟ ਸਾਡੀ ਪੰਜਾਬੀ ਨੂੰ ਖੋਹ ਸਕਦੇ ਨੇ, ਸਾਡੇ ਗ੍ਰੰਥ, ਸਾਡਾ ਇਤਿਹਾਸ ਜੋ ਹੈ, ਜਦ ਤੱਕ ਅਸੀਂ ਪੰਜਾਬੀ ਨਹੀਂ ਪੜ੍ਹਾਂਗੇ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਜੇ ਪਾਠ ਵੀ ਕਰਨਾ ਹੋਵੇ, ਹੋਰ ਕਿਸੇ ਭਾਸ਼ਾ ਵਿੱਚ ਪੂਰਨ ਤੌਰ 'ਤੇ ਜੋ ਸ਼ੁੱਧ ਪਾਠ ਹੈ ਨਹੀਂ ਕੀਤਾ ਜਾ ਸਕਦਾ, ਕੇਵਲ ਤਾਂ ਕੇਵਲ ਗੁਰਮੁਖੀ ਵਿੱਚ ਹੀ ਕੀਤਾ ਜਾ ਸਕਦਾ ਹੈ। ਪਰ ਸਾਡੇ ਗੁਰੂ ਘਰਾਂ ਦੇ ਵਿੱਚੋਂ ਪੰਜਾਬੀ ਦੀਆਂ ਕਲਾਸਾਂ ਵੀ ਬੰਦ ਕੀਤੀਆਂ ਗਈਆਂ ਨੇ। ਹਾਲੇ ਵੀ ਸਾਡੇ ਉਹ ਲੋਕ ਕਾਬਜ਼ ਨੇ ਪ੍ਰਧਾਨਾਂ ਦੇ ਉੱਤੇ ਔਰ ਉਹਨਾਂ ਦਾ ਸਮਾਂ ਬਹੁਤ ਜ਼ਿਆਦਾ। ਇਹਦੇ ਪਿੱਛੇ ਦੋਸ਼ ਕੀ ਹੈ? ਮੈਂ ਆਪ ਜੀ ਨਾਲ ਪਹਿਲੇ ਗੱਲ ਕੀਤੀ ਸੀ ਕਿ ਸਾਨੂੰ ਇਹ ਸਮਝ ਲੈ ਜਾਂਦੇ ਬੋਲ ਸੋ ਧਰਮੀ ਅੜਿਆ, ਮੋਣ ਕਾ ਧਾਰੀ ਰਾਮ। ਅਸੀਂ ਮੋਣ ਕਿਉਂ ਧਾਰ ਲਿਆ ਜੇ ਸਾਡੇ ਨਾਲ ਇਤਨੀਆਂ ਉਲੰਘਣਾ ਹੋ ਰਹੀਆਂ ਨੇ? ਸਾਡੇ ਗੁਰੂ ਘਰਾਂ ਵਿੱਚੋਂ ਕਥਾ ਬੰਦ ਹੋ ਗਈ, ਸਾਡੇ ਗੁਰੂ ਘਰਾਂ ਵਿੱਚੋਂ ਵਿਚਾਰਧਾਰਾ ਬੰਦ ਹੋ ਗਈ। ਮੈਂ ਆਪ ਜੀ ਨਾਲ ਇੱਕ ਗੱਲ ਜ਼ਰੂਰ ਕਹਾਂਗਾ, ਇੱਕ ਗੁਰਦੁਆਰਾ ਸਾਹਿਬ ਵਿੱਚ ਕਥਾ ਹੋ ਰਹੀ ਸੀ, ਕਥਾ ਹੁੰਦਿਆਂ ਉੱਥੇ ਦਾ ਸੈਕਟਰੀ ਸ਼ਰਾਬੀ, ਉੱਥੇ ਦਾ ਸੈਕਟਰੀ ਹੋਰ, ਉਹਦੇ 'ਚ ਬਹੁਤ ਜ਼ਿਆਦਾ ਕਰਪਸ਼ਨ ਸਨ। ਇੱਕ ਦਿਨ ਭਾਈ ਸਾਹਿਬ ਜੀ ਮੈਨੂੰ ਫੋਨ ਕਰਦੇ ਨੇ, ਕਹਿੰਦੇ ਭਾਈ ਸਾਹਿਬ ਜੀ ਮੈਨੂੰ ਸੈਕਟਰੀ ਪਤਾ ਕੀ ਕਹਿੰਦਾ? ਸੈਕਟਰੀ ਕਹਿੰਦਾ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਹਰ ਇੱਕ ਅੰਗ ਦੇ ਉੱਤੇ ਸ਼ਰਾਬ ਵਾਸਤੇ ਲਿਖਿਆ ਹੋਇਆ। ਹੁਣ ਉਸ ਨੇ ਥੋੜ੍ਹੀ ਦੇਰ ਬਾਅਦ ਉਹ ਕਥਾ ਵੀ ਬੰਦ ਕਰਵਾ ਦਿੱਤੀ। ਕਿਉਂ ਸੁਣੇਗਾ ਉਹ ਕਥਾ? ਕਿਉਂਕਿ ਉਹ ਆਪ ਸ਼ਰਾਬੀ ਹੈ, ਆਪ ਕਰਪਟ ਹੈ। ਅਤੇ ਗੁਰੂ ਦੀ ਬਾਣੀ ਨੇ ਤਾਂ ਕਹਿੰਦੇ ਹੀ ਰਹਿਣਾ ਹੈ ਹਮੇਸ਼ਾ ਭਾਈ ਜੇ ਜਿਤਨੇ ਵੀ ਕੁਕਰਮ ਨੇ ਇਹਨਾਂ ਨੂੰ ਛੱਡ ਦਿੱਤਾ ਜਾਏ। ਇਸ ਤਰ੍ਹਾਂ ਦਾ ਸਾਡਾ ਮਾਹੌਲ ਜੋ ਹੈ ਸਾਰੇ ਉਹ ਤਕਰੀਬਨ ਬਣ ਗਿਆ। ਇਸ ਪਾਸੋਂ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਹੈ। ਭਾਈ ਸਾਹਿਬ ਜੀ, ਜੋ ਤੁਸੀਂ ਦੇਖ ਰਹੇ ਹੋ ਮੌਜੂਦਾ ਹਾਲਾਤ ਹਨ ਜੰਮੂ ਕਸ਼ਮੀਰ ਦੇ, ਜੋ ਇੱਥੇ ਕਮੇਟੀ ਦੇ ਜਾਂ ਹੋਰ ਅਹੁਦੇਦਾਰਾਂ ਦੇ, ਅੱਜ ਸਾਡੀ ਸਿੱਖੀ ਕਿਹੜੇ ਪਾਸੇ ਜਾ ਰਹੀ ਹੈ? ਅੱਜ ਕੌਮ ਨੂੰ ਬਾਹਰਲਿਆਂ ਕੋਲੋਂ ਨਹੀਂ, ਆਪਣੇ ਕੋਲੋਂ ਹੀ ਖਤਰਾ ਪੈ ਗਿਆ ਹੈ।
ਕਿਉਂ ਕੌਮ ਜੋ ਹੈ ਐਸੇ ਅਹੁਦੇਦਾਰਾਂ ਨੂੰ ਚੁਣਦੀ ਹੈ? ਕਿਆ ਉਹਨਾਂ ਦੇ ਕਰੈਕਟਰ ਨਹੀਂ ਦੇਖੇ ਜਾਂਦੇ? ਕਿਆ ਤੁਸੀਂ ਦੇਖਦੇ ਹੋ ਕਿ ਕਿਆ ਅਗਰ ਤੁਸੀਂ ਉਹ ਅਹੁਦੇਦਾਰ ਚੁਣਦੇ ਹੋ ਉੱਥੇ ਜੋ ਕਮੇਟੀਆਂ ਵਿੱਚ, ਤੇ ਕਿਆ ਉਹਨਾਂ ਦੇ ਪਰਿਵਾਰਾਂ ਨੇ ਦੇਖਿਆ ਕਿ ਉਹਨਾਂ ਦੇ ਪਰਿਵਾਰ ਕਿੱਦਾਂ ਦੇ ਹਨ? ਉਹਨਾਂ ਦੇ ਪਰਿਵਾਰਾਂ ਜੋ ਰਿਆਤ ਮਰਿਆਦਾ ਵਿੱਚ ਹਨ, ਜਿਹੜੇ ਉਹਨਾਂ ਦਾ ਬਾਕੀ ਪਰਿਵਾਰ ਹੈ, ਕਿਆ ਉਹ ਸਿੱਖ ਰਿਆਤ ਮਰਿਆਦਾ ਵਿੱਚ ਰਹਿ ਰਿਹਾ ਹੈ? ਪੂਰੀ ਦੇਖੋ, ਸਤਿਗੁਰਾਂ ਨੇ ਇੱਕ ਬਾਣੀ 'ਚ ਕਿਹਾ ਕਿ ਆਪ ਉਪਦੇਸ਼ਾ ਅਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਕਿ ਜਿਹੜਾ ਗੁਰੂ ਦੇ ਵਿਚਾਰਧਾਰਾ ਨੂੰ ਸਟੇਜਾਂ ਤੋਂ ਤਾਂ ਖੜੀਆਂ ਕਰ ਰਿਹਾ, ਪਰ ਉਹ ਆਪ ਉਸ ਦੇ ਉੱਤੇ ਪਹਿਰਾ ਨਹੀਂ ਦੇ ਰਿਹਾ। ਇਹ ਸਾਡੀ ਹਾਲਤ ਬਹੁਤ ਜ਼ਿਆਦਾ ਜਿਹੜੇ ਸਾਡੇ ਉਹ ਪ੍ਰਚਾਰਕਾਂ ਦੀ ਵੀ ਕਈਆਂ ਦੀ ਬਣ ਚੁੱਕੀ ਹੈ। ਮੈਂ ਇਸ ਤੋਂ ਵੀ ਖਿਮਾ ਆਪ ਤੋਂ ਚਾਹ ਲਵਾਂ। ਮੈਂ ਇੱਕ ਗੱਲ ਆਪ ਜੀ ਨਾਲ ਕਹਾਂਗਾ, ਡਿਸਟ੍ਰਿਕਟ ਕਮੇਟੀ ਸਾਡੀ ਜਿਹੜੀ ਮੁੱਖੀ ਇੱਥੇ ਜੰਮੂ ਕਸ਼ਮੀਰ ਦੀ ਹੈ, ਉਹ ਡਿਸਟ੍ਰਿਕਟ ਕਮੇਟੀ ਹੈ। ਡਿਸਟ੍ਰਿਕਟ ਕਮੇਟੀ ਦਾ ਇੱਕ ਮੀਟਿੰਗ ਹੋਈ ਜੀ, ਜੋ ਪਿਛਲੇ ਸਾਲ ਜੋ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਚੱਲੀ। ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਜਦੋਂ ਜੰਮੂ ਵਿਖੇ ਆਏ ਤਾਂ ਇੱਕ ਮੀਟਿੰਗ ਬੁਲਾਈ, ਜਿਸ ਦੇ ਵਿੱਚ ਮਹੰਤ ਸਾਹਿਬ ਜੀ ਵੀ ਪੁੱਜੇ, ਉਹ ਵੀ ਸਨ, ਔਰ ਜੋ ਆਪਣੇ ਡਿਸਟ੍ਰਿਕਟ ਚੇਅਰਮੈਨ ਸਨ ਬੋਰਡ ਦੇ ਸਰਦਾਰ ਤਰਲੋਚਨ ਸਿੰਘ ਵਜੀਰ ਸਾਡੇ ਕੋਲ ਅੱਜ ਨਹੀਂ ਹਨ, ਉਹ ਵੀ ਉਸ ਮੀਟਿੰਗ ਵਿੱਚ ਅਜੀਤ ਸਿੰਘ ਦੇ ਘਰ ਵਿਖੇ ਮੀਟਿੰਗ ਹੋਈ, ਜਿੱਥੇ ਅਸੀਂ ਸਾਰੇ ਸੰਸਥਾ ਗਏ। ਉੱਥੇ ਸਾਡੇ ਕੋਲ ਡਿਸਟ੍ਰਿਕਟ ਕਮੇਟੀ ਦਾ ਜੋ ਸੈਕਟਰੀ ਹੈ ਫਤਿਹ ਸਿੰਘ ਜੀ, ਉਹ ਵੀ ਉਸ ਸਟੇਜ ਦੇ ਉੱਤੇ ਖੜੇ ਹਨ। ਅਫਸੋਸ ਉਸ ਵੇਲੇ ਸਾਨੂੰ ਹੋ ਗਿਆ, ਅਸੀਂ ਬੜਾ ਸਤਿਕਾਰ ਕਰਦੇ ਸਾਂ ਫਤਿਹ ਸਿੰਘ ਜੀ ਦਾ ਕਿ ਇੱਕ ਬੜੀ ਬਾਗ ਡੋਰ ਸੰਭਾਲੀ ਹੋਈ ਹੈ, ਪਰ ਜਦੋਂ ਉਸਨੇ ਇਹ ਬਿਆਨ ਦਿੱਤੇ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹੈ ਕੈਲੰਡਰ ਛਾਪਿਆ ਹੋਇਆ ਹੈ 12 ਮਾਹ ਦੇ ਰੂਪ ਵਿੱਚ, ਤਾਂ ਮੈਂ ਤਾਂ ਉਸ ਵੇਲੇ ਸਮਾਂ ਸਾਨੂੰ ਨਹੀਂ ਮਿਲ ਸਕਿਆ, ਪਰ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਹੋ ਸਕੀ। ਮੈਂ ਇੱਕ ਗੱਲ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ, ਪਹਿਲੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਤਾਂ ਕਰ ਲਵੋ। ਕਿਹੜਾ ਕੈਲੰਡਰ ਦੀ ਗੱਲ ਕਰਦੇ ਹੋ? ਜੇ ਤੁਸੀਂ ਕੈਲੰਡਰ ਦੀ ਗੱਲ ਕਰਦੇ ਹੋ 12 ਮਹੀਨਿਆਂ ਦੀ, ਤੇ ਚੇਤ ਮਹੀਨਾ ਸਭ ਤੋਂ ਪਹਿਲਾ ਮਹੀਨਾ ਆਉਂਦਾ ਹੈ। ਜਿਤਨੇ ਸਾਡੇ ਪ੍ਰੋਗਰਾਮ 31 ਦਸੰਬਰ ਨੂੰ ਸਾਡੇ ਰਾਤ ਨੂੰ ਪ੍ਰੋਗਰਾਮ ਹੁੰਦੇ ਹਨ ਕਿ ਕੱਲ ਪਹਿਲੀ ਜਨਵਰੀ ਹੈ, ਰਾਤ ਸਮਾਗਮ ਗੁਰਦੁਆਰੇ ਗੁਰੂ ਘਰਾਂ ਵਿੱਚ ਬਣ ਰਹੇ ਨੇ, ਤੇ ਫਿਰ ਬਣਾਉਣ ਵਾਲੇ ਵੀ ਇਹ ਲੋਕ ਨੇ। ਫਿਰ ਕਿਉਂ ਨਹੀਂ ਫੱਗਣ ਦੀ ਲਾਸਟ ਮਹੀਨੇ ਵਿੱਚ ਸਾਡੇ ਉਹ ਪ੍ਰੋਗਰਾਮ ਰਾਤ ਨੂੰ ਹੁੰਦੇ ਕਿ ਕੱਲ ਚੇਤਰ ਦਾ ਪਹਿਲਾ ਮਹੀਨਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਅਗਰ ਤੁਸੀਂ ਇਸ ਕੈਲੰਡਰ ਨੂੰ ਮੰਨਦੇ ਹੋ, ਤਾਂ ਫਿਰ ਚੇਤਰ ਦੇ ਪਹਿਲੀ ਤਰੀਕ ਦੇ ਰਾਤ ਨੂੰ ਕਿਉਂ ਨਹੀਂ ਇਹ ਦਰਬਾਰ ਕੀਤੇ ਜਾਂਦੇ? ਕਿਸੇ ਜਗ੍ਹਾ ਨਹੀਂ ਹੋ ਰਹੇ ਹੁੰਦੇ ਸਾਡੇ ਉਹ 31 ਜਨਵਰੀ ਨਾਲ। ਪਰ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਲੈ ਕੇ ਜਦੋਂ ਉੱਥੇ ਅਸੀਂ ਗਏ ਹਾਂ, ਸਟੇਜ ਤੇ ਫਤਿਹ ਸਿੰਘ ਜੀ ਨੇ ਇੱਕ ਗੱਲ ਕਹੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਆਏ ਸਨ, ਉਹਨਾਂ ਕਿਹਾ ਕਿ ਤੁਸੀਂ 5 ਜਨਵਰੀ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਬਣਾਓ, ਜਾਂ ਤੁਸੀਂ ਦੂਸਰੇ ਜੋ ਦਰਬਾਰ ਸਾਹਿਬ ਤੋਂ ਮਨਾਇਆ ਜਾ ਰਿਹਾ ਉਸ ਦੇ ਮੁਤਾਬਕ ਬਣਾਓ। ਤੁਸੀਂ 5 ਤਰੀਕ ਨੂੰ ਬਣਾਓ, ਮੈਂ 5 ਤਰੀਕ ਨੂੰ ਵੀ ਆਵਾਂਗਾ। ਜੇ ਦੂਸਰੇ ਤੋਂ ਤੁਸੀਂ ਬਣਾਓਗੇ, ਮੈਂ ਦੂਸਰੇ 'ਤੇ ਵੀ ਆਵਾਂਗਾ। ਇਹ ਗੱਲ ਉਹਨਾਂ ਦੇ ਮੁੱਖੋਂ ਸੀ ਜਦ ਸਟੇਜ 'ਤੇ ਉਹਨਾਂ ਨੇ ਇਹ ਗੱਲ ਕਹੀ। ਤਾਂ ਦੂਸਰੀ ਗੱਲ, ਹੁਣ ਸਾਡੇ ਉਹ ਸਟੇਜ ਸਕੱਤਰ ਨੇ ਸਾਡੇ, ਉਹ ਡਿਸਟ੍ਰਿਕਟ ਕਮੇਟੀ ਜਿਸ ਦੇ ਸਾਰੀ ਕੌਮ ਉਹਨਾਂ ਦੇ ਤਹਿਤ ਚੱਲਣਾ ਹੈ, 2 ਹੀ ਪੋਸਟਾਂ ਨੇ, ਇੱਕ ਪ੍ਰਧਾਨ ਦੀ, ਇੱਕ ਸਕੱਤਰ ਦੀ। ਸਕੱਤਰ ਦੀ ਪੋਸਟ ਜਿਹੜੀ ਹੈ ਬੜੀ ਮਹਾਨਤਾ ਰੱਖਦੀ ਹੈ, ਜੋ ਕੁਝ ਸਕੱਤਰ ਕਹੇਗਾ ਉਹੀ ਹੋਵੇਗਾ। ਪਰ ਐਸਾ ਨਹੀਂ ਹੋਇਆ। ਉਹ ਹੁਣ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਇਹ ਗੱਲ ਸਮਝ, ਵਿਦਵਾਨਾਂ ਦੀਆਂ ਲਿਖਤਾਂ ਅਸੀਂ ਪੜ੍ਹੀਆਂ ਨੇ, ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ। ਮਹੰਤ ਸਾਹਿਬ ਜੀ ਪੂਜਾ ਮਹੰਤ ਸਾਹਿਬ ਜੀ ਮੌਜੂਦ ਸਨ, ਅਸੀਂ ਸਾਰੇ ਉੱਥੇ ਮੌਜੂਦ ਸਾਂ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਲਿਖਤ ਵਿੱਚ ਆਈ ਹੈ ਕਿ ਜਿਸ ਦਿਨ 2003 ਵਿੱਚ ਅਕਾਲ ਤਖਤ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ, ਉਸ ਦਿਨ ਕੌਮ ਦਾ ਕਾਲਾ ਦਿਵਸ ਸੀ। ਹੁਣ ਇਹ ਗੱਲਾਂ ਕਿਵੇਂ ਹੋ ਗਈਆਂ? ਉਹ ਕਾਲਾ ਦਿਵਸ ਸੀ ਤੇ ਫਿਰ ਹੁਣ ਇਹ ਪਹਿਰਾ ਦਿੰਦੇ ਰਹੇ ਕਿ ਨਹੀਂ ਜੀ ਨਾਨਕਸ਼ਾਹੀ ਕੈਲੰਡਰ ਨੂੰ ਅਸੀਂ ਲਾਗੂ ਨਹੀਂ ਹੋਣ ਦੇਣਾ। ਫਿਰ ਆਪ ਜੀ ਨੂੰ ਸਾਰਿਆਂ ਨੂੰ ਵੀ ਇਹ ਪਤਾ ਹੈ ਕਿ ਜਦੋਂ ਪਿਛਲੇ ਤੋਂ ਪਿਛਲੇ ਸਾਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰਪੁਰਬ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਦਫਾ 144 ਲਗਾ ਦਿੱਤੀ ਗਈ। ਇਹ ਕਿਹਨਾਂ ਲੋਕਾਂ ਨੇ ਲਗਾਈ ਹੈ? ਡਿਸਟ੍ਰਿਕਟ ਕਮੇਟੀ ਦੇ ਮਾਲਕ ਫਤਿਹ ਸਿੰਘ ਜੀ ਤੁਸੀਂ ਸੋ, ਪ੍ਰਧਾਨ ਤੁਸੀਂ ਸੋ, ਕਮੇਟੀ ਤੁਸੀਂ ਸੋ। ਜੇ ਤੁਸੀਂ ਨਹੀਂ ਲਗਵਾਈ, ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਤੁਸੀਂ ਲਗਵਾਈ ਹੈ, ਪਰ ਜੇ ਤੁਸੀਂ ਨਹੀਂ ਲਗਵਾਈ, ਤੁਸੀਂ ਇਸ ਦੀ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ? ਆਖਰ ਗੁਰੂ ਦਾ ਹੀ ਗੁਰਪੁਰਬ ਤਾਂ ਮਨਾਉਣ ਵਾਲੇ ਸਨ, ਭਾਵੇਂ ਉਹ 5 ਨੂੰ ਮਨਾ ਰਹੇ ਤੇ ਭਾਵੇਂ 13 ਨੂੰ ਮਨਾ ਰਹੇ ਤੇ ਭਾਵੇਂ 9 ਨੂੰ ਮਨਾ ਰਹੇ ਸਨ, ਪਰ ਗੁਰੂ ਦਾ ਗੁਰਪੁਰਬ ਮਨਾ ਰਹੇ ਸਨ। ਪਰ ਤੁਸੀਂ ਕੋਈ ਆਵਾਜ਼ ਬੁਲੰਦ ਨਹੀਂ ਕੀਤੀ। ਇਸ ਤੋਂ ਇਹ ਪਤਾ ਲੱਗਦਾ ਤੁਹਾਡਾ ਗੁਰੂ ਦੇ ਨਾਲ ਪਿਆਰ ਨਹੀਂ। ਤੁਸੀਂ ਆਪਣੀਆਂ ਚੌਧਰਾਂ ਵਾਸਤੇ, ਤੁਸੀਂ ਆਪਣੀਆਂ ਪਦਵੀਆਂ ਵਾਸਤੇ, ਤੁਸੀਂ ਆਪਣੀ ਰਸੂਖ ਦੇ ਵਾਸਤੇ ਇਹ ਪੋਸਟਾਂ ਬਣਾ ਕੇ ਰੱਖੀਆਂ ਨੇ। ਗੁਰੂ ਨਾਲ ਤੁਹਾਨੂੰ ਪਿਆਰ ਨਹੀਂ। ਮੈਂ ਤਾਂ ਬਹੁਤ ਸਤਿਕਾਰ ਤੁਹਾਡਾ ਕਰਦਾ ਸਾਂ, ਪਰ ਜਦੋਂ ਅਸੀਂ ਦੇਖਿਆ ਤੁਸੀਂ ਨਾਨਕਸ਼ਾਹੀ ਵਾਸਤੇ ਇਹ ਗੱਲ ਕਹੀ ਕਿ ਉਹ ਕਾਲਾ ਦਿਵਸ ਸੀ, ਉਹ ਕਿਸ ਨੇ ਲਾਗੂ ਕੀਤਾ ਸੀ? ਅਕਾਲ ਤਖਤ ਨੇ ਲਾਗੂ ਕੀਤਾ ਸੀ। ਅਕਾਲ ਤਖਤ ਤੋਂ ਲਾਗੂ ਹੋਇਆ, ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰ ਦਿੱਤਾ। ਕੁਝ ਦੂਸਰੇ ਧੜੇ ਨੇ ਜਿਹੜੇ ਕਹਿੰਦੇ ਨੇ ਅਸੀਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਬਣਾਂਗੇ। ਅੱਜ ਤੁਸੀਂ ਸਾਰੀ ਜਗ੍ਹਾ ਦੇ ਉੱਤੇ ਇਹ ਸ਼ੋਰ ਮਚਾ ਕੇ, ਇਹ ਮੀਡੀਆ ਵੀ ਸਾਰੀਆਂ ਫੈਲਾ ਦਿੱਤੀਆਂ ਕਿ ਨਾਨਕਸ਼ਾਹੀ ਕੈਲੰਡਰ ਵਾਲੇ ਗਲਤ ਕਰ ਰਹੇ ਨੇ ਭਈ ਇਹ ਅਕਾਲ ਤਖਤ ਦੇ ਨਾਲ ਨਹੀਂ ਹਨ। ਤੁਸੀਂ ਕਦੋਂ ਅਕਾਲ ਤਖਤ ਸਾਹਿਬ ਦੇ ਨਾਲ ਹੋ? ਜੋ 2003 ਵਿੱਚ ਲਾਗੂ ਕੀਤਾ ਗਿਆ ਸੀ, ਉਹ ਅਕਾਲ ਤਖਤ ਨਹੀਂ ਤਾਂ ਲਾਗੂ ਕੀਤਾ ਸੀ।
ਜੋ ਬਾਕੀ ਸੰਸਥਾ ਜਿਹੜੀਆਂ ਉਸ ਤੇ ਪਹਿਰਾ ਦੇ ਰਹੀਆਂ ਨੇ ਅਸੀਂ ਉਹਨਾਂ ਨੂੰ ਦਰੁਸਤ ਸਮਝਦੇ ਹਾਂ ਬਿਲਕੁਲ। ਤੇ ਦੂਸਰਾ ਸਾਡਾ ਇੱਕ ਕੈਲੰਡਰ ਆਪਣਾ ਹੋਣਾ ਚਾਹੀਦਾ। ਇਹ ਦੂਰ ਅੰਦੇਸ਼ੀ ਦੀ ਗੱਲ ਹੈ ਜੋ ਜਿਹੜੇ ਸਾਡੀਆਂ ਸਟੇਜਾਂ ਦੇ ਉੱਤੇ। ਦੂਸਰੀ ਅਸੀਂ ਉਸ ਸਕੱਤਰ ਸਾਹਿਬ ਨੂੰ ਹੁਣ ਜਦੋਂ ਨਗਰ ਕੀਰਤਨ ਹੋਇਆ ਜੰਮੂ ਦਾ ਇਸ ਸਾਲ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਦਾ, ਉੱਥੇ ਤੁਸੀਂ ਸਟੇਜ ਨਹੀਂ ਛੱਡੀ। ਜਦੋਂ ਚਾਂਦਕੌਰ ਨਗਰ ਵਿੱਚ ਉੱਥੇ ਪ੍ਰੋਗਰਾਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ, ਉੱਥੇ ਤੁਸੀਂ ਸਟੇਜ ਦੇ ਉੱਤੇ ਆ ਗਏ, ਪਰ ਤੁਸੀਂ ਉੱਥੇ ਮੀਟਿੰਗ ਦੇ ਵਿੱਚ ਇਹ ਕਹਿ ਰਹੇ ਹੋ ਕਿ ਉਸ ਦਿਨ ਕਾਲਾ ਦਿਵਸ ਸੀ। ਤੁਹਾਡੀ ਵਿਚਾਰਧਾਰਾ ਕਿਤੇ ਇੱਕ ਜਗ੍ਹਾ ਖੜੀ ਨਹੀਂ ਹੈ। ਇਸ ਵਾਸਤੇ ਤੁਹਾਡੀ ਵਿਚਾਰਧਾਰਾ ਮਤਲਬ ਦੇ ਵਾਸਤੇ ਲੱਗੀ ਹੋਈ ਆ। ਅਸੀਂ ਤੇ ਇਹ ਸਮਝਦੇ ਹਾਂ। ਇਸ ਵਾਸਤੇ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ, ਜੇ ਗੁਰੂ ਨੇ ਸੰਭਾਲ ਤੁਹਾਨੂੰ ਦਿੱਤੀ ਹੈ, ਕੌਮ ਦੀ ਵਾਗਡੋਰ ਦਿੱਤੀ ਹੈ, ਤੇ ਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਲਿਆਓ। ਆਪਣੀਆਂ ਪਦਵੀਆਂ ਨੂੰ, ਆਪਣੇ ਰਸੂਖ ਨੂੰ, ਆਪਣੇ ਮੁਨਾਫੇ ਨੂੰ ਲੈ ਕੇ ਇਸ ਨੂੰ ਕੌਮ ਨੂੰ ਦਲਦਲਾਂ ਦੇ ਵਿੱਚ ਨਾ ਧਸਾਈ ਜਾਓ। ਤੁਸੀਂ ਕੀ ਚਾਹੁੰਦੇ ਹੋ ਕਿ ਜਦ ਤੁਹਾਡਾ ਕੀ ਕਹਿਣਾ ਇਸ ਬਾਰੇ 'ਚ ਕਿ ਅਗਰ ਪੰਜਾਬੀ ਮਾਂ ਬੋਲੀ ਪੰਜਾਬੀ ਦਾ J&K 'ਚ ਗਲਾ ਘੁੱਟਿਆ ਗਿਆ ਹੈ, ਅੱਜ ਤੁਸੀਂ ਇੱਕ ਹੁੰਗਾਰਾ ਦਿੰਦੇ ਹੋ ਤੇ ਨਗਰ ਕੀਰਤਨ ਹੁੰਦਾ ਤੇ ਸੰਗਤ ਉੱਤੇ ਹੂਮ ਆ ਕੇ ਪਹੁੰਚ ਜਾਂਦੀ ਹੈ। ਕਿਆ ਪੰਜਾਬੀ ਦੀ ਕਰਕੇ ਕਿਤੇ ਇੱਥੇ ਹੁੰਗਾਰਾ ਦਿੱਤਾ ਹੁੰਦਾ ਕਿ ਕਿਆ ਪੰਜਾਬ ਮਾਂ ਬੋਲੀ ਪੰਜਾਬੀ ਅੱਜ ਸਾਡੇ ਹੱਥੋਂ ਚਲੀ ਜਾਂਦੀ ਜੰਮੂ ਵੀ ਕਸ਼ਮੀਰ ਵਿੱਚੋਂ? ਹਾਂ, ਇਹ ਚੀਜ਼ ਹੈ ਕਿ ਅਸੀਂ ਪੰਜਾਬੀ ਵਾਸਤੇ, ਕਿਉਂਕਿ ਮੈਂ ਆਪ ਜੀ ਨਾਲ ਪਹਿਲੇ ਹੀ ਗੱਲ ਕਰ ਦਿੱਤੀ ਹੈ, ਜਿਹੜੀਆਂ ਸਾਡੀਆਂ ਉਚਲੇ ਜਿਨ੍ਹਾਂ ਨੂੰ ਅਸੀਂ ਸੁਪਰੀਮ ਪਾਵਰਾਂ ਮੰਨਦੇ ਹਾਂ, ਉਹ ਪਾਵਰਾਂ ਕਿਤੇ ਗੁਰੂ ਦੀ ਵਿਚਾਰਧਾਰਾ ਨਾਲ ਖੜੀਆਂ ਨਹੀਂ ਹਨ। ਚਾਹੇ ਉਹ ਡਿਸਟ੍ਰਿਕਟ ਕਮੇਟੀ ਹੈ, ਚਾਹੇ ਕਿਸੇ ਗੁਰਦੁਆਰੇ ਦੇ ਪ੍ਰਧਾਨ ਵੀ ਹਨ। ਬਹੁਤ ਜ਼ਿਆਦਾ ਸਾਰਿਆਂ ਦੀ ਮੈਂ ਗੱਲ ਨਹੀਂ ਕਰਾਂਗਾ। ਬਹੁਤ ਗੁਰੂ ਕੇ ਐਸੇ ਪਿਆਰੇ ਵੀ ਨੇ ਜਿਹੜੀ ਗੁਰਮਰਿਆਦਾ ਨੂੰ ਲੈ ਕੇ ਚਲੀ ਜਾ ਰਹੇ ਨੇ। ਪਰ ਜਿੱਥੇ ਤੱਕ ਬਹੁਤ ਦੀ ਹਾਲਤ ਐਸੀ ਹੈ ਕਿ ਜੇ ਅਸੀਂ ਇੱਕੋ ਚੀਜ਼ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਨਾਲ ਅਸੀਂ ਕਿਵੇਂ ਸਿੱਖਾਂ ਨੂੰ ਜੋੜਾਂਗੇ? ਇਹ ਵਿਚਾਰਧਾਰਾ ਗੁਰੂ ਦੀ ਸਾਡੇ ਕਿਸ ਤਰ੍ਹਾਂ ਆਵੇਗੀ? ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਧਿਐਨ ਨਹੀਂ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਪਾਵਾਂਗੇ, ਤਬ ਤੱਕ ਇਹ ਗੱਲਾਂ ਠੀਕ ਹੋਣੀਆਂ ਮੁਸ਼ਕਲ ਨੇ। ਪਰ ਬਦਨਸੀਬੀ ਸਾਡੀ ਕੌਮ ਦੀ ਇਹ ਹੈ ਕਿ ਸਾਰੇ ਗੁਰਦੁਆਰਿਆਂ ਦੇ ਵਿੱਚੋਂ ਕਥਾ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਪਿੱਛੇ ਬੈਕ ਕੋਈ ਕੰਮ ਕਰ ਰਹੀ ਹੈ ਕਿ ਇਹ ਕੇਵਲ ਇੱਕ ਗੁਰਦੁਆਰੇ ਦੀ ਨਹੀਂ, ਸਭ ਗੁਰਦੁਆਰਿਆਂ ਵਿੱਚੋਂ ਬੰਦ ਕੀਤੀਆਂ ਗਈਆਂ ਨੇ। ਸਿਰਫ ਇਹੀ ਗੱਲ ਹੈ ਜੀ ਕਿ ਕਥਾ ਠੀਕ ਨਹੀਂ ਹੁੰਦੀ ਜੀ। ਇੱਧਰ ਉੱਧਰ ਦੀਆਂ ਗੱਲਾਂ ਕੀ ਹੋ ਰਹੀਆਂ ਨੇ? ਸ਼ਰਾਬ ਵਾਸਤੇ ਮਨਾ ਕਰਨਗੇ, ਕੁਕਰਮ ਵਾਸਤੇ ਗੁਰੂ ਮਨਾ ਕਰਦਾ। ਗੱਲ ਤੇ ਗੁਰੂ ਦੀ ਵਿਚਾਰਧਾਰਾ ਜਿਹੜੀ ਹੈ ਉਹੀ ਸਾਹਮਣੇ ਲਿਆਉਂਦੇ ਨੇ। ਹਾਂ, ਕਿਸੇ ਦੇ ਬੋਲਣ ਵਿੱਚ ਫਰਕ ਹੋ ਸਕਦਾ, ਕਿਸੇ ਦੀ ਵਿਦਵਤਾ ਵਿੱਚ ਫਰਕ ਹੋ ਸਕਦਾ, ਉਸ ਨਾਲ ਅਸੀਂ ਉਹ ਨਹੀਂ ਕਹਿ ਸਕਦੇ। ਕੋਈ ਕਹਿਣ ਵਿੱਚ ਕੋਈ ਗੱਲ ਕਹਿ ਸਕਦਾ, ਪਰ ਵਿਚਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਹੋ ਰਹੀ ਹੈ। ਉਸ ਦੇ ਵਿੱਚ ਕੋਈ ਇੱਕ ਪੰਕਤੀ ਵੀ ਕੋਈ ਵਿਚਾਰ ਅਗਰ ਗਲਤ ਕਰਦਾ, ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਵੀ ਵੀ ਪੰਕਤੀ ਦੀ ਗਲਤ ਕੀਤੀ, ਇਹਨੇ ਤਰੋੜ ਮਰੋੜ ਕੀਤੀ ਹੈ, ਐਸੀ ਗੱਲ ਨਹੀਂ ਹੈ। ਪਰ ਇਹਨਾਂ ਦੇ ਪਿੱਛੇ ਵਿਚਾਰਧਾਰਾ ਉਹਨਾਂ ਦੀ ਆਪਣੀ ਕਿਤੇ ਹੋਰ ਜੁੜੀ ਹੋਈ ਹੈ। ਅਸੀਂ ਤਾਂ ਇਹੀ ਗੱਲ ਕਹਿ ਸਕਦੇ ਹਾਂ ਕਿ ਉਸ ਚੀਜ਼ ਨੂੰ ਢਾਹ ਲਾਉਣਾ ਚਾਹੁੰਦੇ ਨੇ, ਉਹ ਗੁਰੂ ਮਰਿਆਦਾ ਨੂੰ ਅੱਗੇ ਨਹੀਂ ਲਿਜਾਣਾ। ਦੇਖੋ, ਇਹ ਚੀਜ਼ ਤੇ ਮੈਂ ਨਹੀਂ, ਦੇਖੋ ਨਾਮ ਦੇ ਨਾਲ ਕੀ ਹੋਏਗਾ ਕਿ ਅਸੀਂ, ਮੈਂ ਆਪ ਜੀ ਨਾਲ ਇੱਕ ਗੱਲ ਕਰੀਏ, ਅਸੀਂ ਆਪਣੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਾਰੀ ਲੈਕਚਰ ਦਿੱਤਾ। ਜਦੋਂ ਥੋੜ੍ਹੀ ਜਿਹੀ ਗੱਲ ਕੀਤੀ ਤੇ ਜਦੋਂ ਉਹ ਕਮੇਟੀ ਨੂੰ ਨਹੀਂ ਫਿੱਟ ਬੈਠੀ, ਉਹਨਾਂ ਨੇ ਕੀ ਕੀਤਾ, ਸਾਨੂੰ 2 ਸਾਲ ਤੋਂ ਬਾਅਦ ਜੀ ਇਹਨਾਂ ਨੂੰ ਟਾਈਮ ਹੀ ਨਹੀਂ ਦੇਣਾ, ਕਿਉਂਕਿ ਵਿਚਾਰਧਾਰਾ ਦੀ ਗੱਲ ਚੱਲ ਰਹੀ ਹੈ। ਵਿਚਾਰਧਾਰਾ ਜਿਹੜੀ ਸਾਹਮਣੇ ਕੀਤੀ ਜਾਵੇ। ਅਸੀਂ ਸਿਰਫ ਕੇਵਲ ਇਹੀ ਗੱਲ ਕਹੀਏ ਕਿ ਗੁਰੂ ਨਾਨਕ ਸਾਹਿਬ ਦਾ ਤੁਸੀਂ ਗੁਰਪੁਰਬ ਮਨਾਇਆ ਏ, ਪ੍ਰਭਾਤ ਫੇਰੀਆਂ ਕੱਢੀਆਂ ਨੇ, ਲੋਕਾਂ ਨੇ 2-2 ਦਿਨ ਚਾਹ ਵੀ ਪਿਲਾਈਆਂ, ਤੁਹਾਨੂੰ ਦੇਗਾਂ ਵੀ ਹੋਈਆਂ ਨੇ, ਫਿਰ ਨਗਰ ਕੀਰਤਨ ਵੀ ਨਿਕਲਿਆ ਹੈ, ਉਸ ਤੋਂ ਬਾਅਦ ਲੰਗਰ ਵੀ ਕੀਤਾ ਗਿਆ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਵੀ ਕੀਤੀ ਗਈ, ਕੀਰਤਨ ਕੀਤਾ ਗਿਆ। ਭਾਈ ਇੱਕ ਪ੍ਰਚਾਰਕ ਨੂੰ ਬੁਲਾ ਕੇ ਗੁਰੂ ਵਾਸਤੇ ਇਤਨੀ ਤਾਂ ਗੱਲ ਦੱਸ ਦਿਓ ਕਿ ਗੁਰੂ ਨਾਨਕ ਸਾਹਿਬ ਪ੍ਰਕਾਸ਼ ਕਦੋਂ ਹੋਇਆ, ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਕਿਹੜੀ ਵਿਚਾਰਧਾਰਾ ਲਿਆ ਕੇ ਆਏ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ। ਇੰਨੀ ਗੱਲ ਵੀ ਨਹੀਂ ਦੱਸ ਸਕੇ ਤੇ ਇਸ ਤਰ੍ਹਾਂ ਕੌਮ ਦਾ ਪੈਸਾ ਨਸ਼ਟ ਕਰਨ ਦਾ ਸਾਨੂੰ ਕੀ ਫਾਇਦਾ ਮਿਲਿਆ? ਬਿਲਕੁਲ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜੀ RSS ਹੈ, ਜੇ ਅਸੀਂ ਇੱਥੋਂ ਲੈ ਕੇ ਉੱਪਰ ਤੱਕ ਵੀ ਦੇਖ ਲਈਏ। ਦੇਖੋ, ਅਸੀਂ ਇੱਕ ਚੀਜ਼ ਦੇਖੀਏ, ਮੈਂ ਪਹਿਲੇ ਆਪ ਜੀ ਨਾਲ ਜ਼ਿਕਰ ਕੀਤਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਜੀ ਜਦ ਇੱਥੇ ਆਏ, ਇੱਥੇ ਆ ਕੇ ਉਹਨਾਂ ਨੇ ਸਾਨੂੰ ਇਹ ਗੱਲ ਕਹਿ ਦਿੱਤੀ, ਔਰ ਫਤਿਹ ਸਿੰਘ ਜੀ ਸਟੇਜ 'ਤੇ ਸਨ, ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ 5 ਤਰੀਕ ਨੂੰ ਸਾਨੂੰ ਬੁਲਾਓ ਤਾਂ ਵੀ ਅਸੀਂ ਆ ਜਾਵਾਂਗੇ, ਜੇ ਤੁਸੀਂ 13 ਨੂੰ ਬੁਲਾਓਗੇ, 17 ਨੂੰ ਬੁਲਾਓਗੇ, ਅਸੀਂ ਤਾਂ ਵੀ ਆ ਜਾਵਾਂਗੇ। ਜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕੋਈ ਇਸ ਦੇ ਵਿੱਚ ਗੁਰੇਜ਼ ਨਹੀਂ ਕਿ ਕਦੋਂ ਇਹ ਮਨਾਇਆ ਜਾਵੇ, ਫਿਰ ਇੱਕ ਜੰਮੂ ਕਸ਼ਮੀਰ ਦੇ ਅੰਦਰ ਨਾਨਕਸ਼ਾਹੀ ਕੈਲੰਡਰ ਦਾ ਇਤਨਾ ਵੱਡਾ ਮੀਡੀਆ ਵਿੱਚ ਲਿਆ ਕਰਕੇ ਕਿ ਬੜਾ ਸ਼ੋਰ ਸ਼ਰਾਪਾ ਕਰ ਦਿੱਤਾ ਗਿਆ ਕਿ ਨਾਨਕਸ਼ਾਹੀ ਕੈਲੰਡਰ ਦੇ ਨਾਲ ਨਹੀਂ ਜਿਹੜਾ ਗੁਰਪੁਰਬ ਮਨਾਇਆ ਜਾਵੇ। ਕਿਉਂ ਨਾ ਮਨਾਇਆ ਜਾਵੇ? ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਇੱਕ ਵਾਰੀ ਨਹੀਂ, ਮੈਂ ਤਾਂ ਕਹਿੰਦਾ 100 ਵਾਰੀ ਮਨਾਉਣਾ ਚਾਹੀਦਾ ਸਾਨੂੰ। ਪਰ ਇਹ ਕਦੇ ਵੀ ਜੇ ਨਾਨਕਸ਼ਾਹੀ ਕੈਲੰਡਰ ਦੇ ਨਾਲ ਵੈਰ ਹੈ ਤੇ ਇਸ ਦੇ ਨਾਲ ਅਸੀਂ ਸਮਝ ਸਕਦੇ ਹਾਂ
ਕਿਉਂਕਿ ਕੇ ਦੂਰਦਰਸ਼ਨ ਦਾ ਜੋ ਪਹਿਲਾ ਜਦੋਂ ਪ੍ਰੈਸ ਕਾਨਫਰੰਸ ਉਹਨਾਂ ਕੀਤੀ ਸੀ 2003 ਦੇ ਵਿੱਚ, ਜਦੋਂ ਅਕਾਲ ਤਖਤ ਤੋਂ ਲਾਗੂ ਹੋਏ ਸੀ, ਉਹਨੇ ਇੱਕੋ ਗੱਲ ਕਹਿ ਦਿੱਤੀ ਸੀ ਕਿ ਹਾਂ ਵੀ ਇਹ ਕੈਲੰਡਰ ਅਸੀਂ ਕਿਸੇ ਸੂਰਤ ਵਿੱਚ ਵੀ ਲਾਗੂ ਨਹੀਂ ਹੋਣ ਦੇਣਾ। ਆਖਰ ਉਹਨਾਂ ਨੇ ਗੇਮ ਖੇਡ ਕਰਕੇ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਨਹੀਂ, ਅਸੀਂ ਉਸ ਪੱਧਰ ਤੱਕ ਤਾਂ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਅੰਦਰ ਇਹ ਮਹਿਸੂਸ ਕਰ ਰਹੇ ਹਾਂ ਕਿ ਉਸੇ ਦਾ ਇੱਕ ਸਿੱਟਾ ਸੀ ਜਿਹੜਾ 7-8 ਸਾਲ ਬਾਅਦ ਸਾਡਾ ਨਾਨਕਸ਼ਾਹੀ ਕੈਲੰਡਰ ਖਾ ਦਿੱਤਾ ਗਿਆ। ਅਸੀਂ ਇੱਕ ਦਫਾ ਕਿਸੇ ਗੁਰੂ ਘਰ ਵਿੱਚ ਸਾਡੇ ਕੋਲ ਸਾਨੂੰ ਪ੍ਰੋਗਰਾਮ ਦਿੱਤਾ ਗਿਆ, ਤੇ ਉੱਥੇ ਸਾਨੂੰ ਆਣ ਕੇ ਪਹਿਲੇ ਪ੍ਰਧਾਨ ਸਾਹਿਬ ਤੇ ਸੈਕਟਰੀ ਸਾਹਿਬ ਕਹਿੰਦੇ ਜੀ ਤੁਸੀਂ ਇਸ ਤਰੀਕੇ ਨਾਲ ਬੋਲਣਾ, ਇਹ ਵਿਚਾਰਧਾਰਾ ਤੁਸੀਂ ਉਹ ਬੋਲਣੀ। ਹੁਣ ਗੁਰੂ ਦੀ ਵਿਚਾਰਧਾਰਾ ਜੇ ਤੇ ਦਾਸ ਗੁਰੂ ਦੇ ਨਾਲ ਜੁੜਿਆ ਹੋਵੇਗਾ ਤੇ ਜਾਂ ਤਾਂ ਉਸ ਪ੍ਰੋਗਰਾਮ ਨੂੰ ਛੱਡ ਦੇਗਾ ਤੇ ਜਾਂ ਗੁਰੂ ਦੀ ਵਿਚਾਰਧਾਰਾ ਨੂੰ ਖੁੱਲ੍ਹ ਕੇ ਕਹਿ ਕੇ ਆਵੇਗਾ। ਗੁਰੂ ਦਾ ਸਭੇ ਸਾਂਝੀ ਵਾਲਸਦਾ ਕਿਸੇ ਕੋਈ ਨਾ ਦਿਸਾ ਬਾਹਰ ਜੀਓ। ਗੁਰੂ ਅੱਜ ਜੋ ਹੈ ਸਿੱਖ ਪੰਥ ਦੇ ਜੋ ਪ੍ਰਚਾਰ ਕਰ, ਤੁਸੀਂ ਜਿਵੇਂ ਗੱਲ ਕੀਤੀ ਕਿ ਪ੍ਰਚਾਰ ਦੀ, ਅੱਜ ਪ੍ਰਚਾਰ ਹੈ ਰਾਗੀ ਸਿੰਘਾਂ ਨੂੰ। ਸਾਡੇ ਇੱਕ ਪਾਸੇ ਰਾਗੀ ਸਿੰਘਾਂ ਨੂੰ ਉਹਨਾਂ ਨੇ ਗੋਲਕਾਂ ਦੇ ਇਲਜ਼ਾਮ ਲੱਗਦੇ ਪਏ ਨੇ, ਦੂਜੇ ਪਾਸੇ ਤੁਸੀਂ ਦੇਖੋ ਤੇ ਗੁਰਦੁਆਰਿਆਂ ਵਿੱਚ ਜੋ ਰਾਗੀ ਹਨ ਉਹਨਾਂ ਨੂੰ ਬੜੀ ਥੋੜ੍ਹੀ ਜਿਹੀ ਤਨਖਾਹ ਦਿੱਤੀ ਜਾਂਦੀ ਹੈ, 6-6 ਹਜ਼ਾਰ ਰੁਪਏ ਨਾਲ 3-3 ਹਜ਼ਾਰ ਰੁਪਏ ਤਨਖਾਹ ਉਹਨਾਂ ਦੀ। ਤੁਸੀਂ ਦੱਸੋ ਸਿੱਖ ਪੰਥ ਜਿਵੇਂ ਸਮਾਗਮ ਕਰਦਾ ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਜਾ ਰਹੇ ਹਨ, ਤੇ ਪ੍ਰਚਾਰ ਕਿਵੇਂ ਹੋਵੇਗਾ? ਤੁਸੀਂ ਅਗਰ ਗੁਰੂ ਘਰ ਦਾ ਜੋ ਸੇਵਾਦਾਰ ਹੈ ਤੁਸੀਂ ਉਹਨੂੰ ਤਨਖਾਹ ਨਹੀਂ ਦੇ ਰਹੇ ਪੂਰੀ, 6 ਹਜ਼ਾਰ ਰੁਪਏ ਉਹਨੂੰ ਦੇ ਰਹੇ ਹੋ, 3 ਹਜ਼ਾਰ ਰੁਪਏ ਤਨਖਾਹ ਦੇ ਰਹੇ ਹੋ, 3 ਹਜ਼ਾਰ ਰੁਪਏ ਨਾਲ ਕਿਵੇਂ ਘਰ ਚੱਲੇਗਾ? ਦੇਖੋ ਇਹ ਤਾਂ ਇਸ ਵਾਸਤੇ ਸਾਡਾ ਕੰਮ ਹੋ ਗਿਆ ਕਿ ਜੋ ਵੀ ਗੁਰੂ ਘਰਾਂ ਦੇ ਪ੍ਰਧਾਨ ਆਉਂਦੇ ਨੇ, ਮੈਂ ਛੋਟੇ ਗੁਰਦੁਆਰਿਆਂ ਦੀ ਗੱਲ ਕਰ ਲਵਾਂ, ਡਿਸਟ੍ਰਿਕਟ ਕਮੇਟੀ ਦੀ ਤਾਂ ਨਹੀਂ, ਉਹਨਾਂ ਦੀ ਆਪਣੀ ਹੈ, ਪਰ ਇਹ ਝਗੜੇ ਉੱਥੇ ਹੀ ਬਣੇ ਪਏ ਨੇ। ਹਰ ਗੁਰੂ ਘਰ ਵਿੱਚ ਇੱਕ ਪ੍ਰਧਾਨ ਆਉਂਦਾ। ਅਸੀਂ ਆਮ ਦੇਖਿਆ ਜੋ ਸਾਡੇ ਇਰਦ ਗਿਰਦ ਦੇ ਗੁਰਦੁਆਰੇ ਨਾ, ਇੱਕ ਪ੍ਰਧਾਨ ਆਉਂਦਾ ਤੇ ਉਹ ਇੱਕ ਚੀਜ਼ ਤਿਆਰ ਕਰਕੇ ਜਾਂਦਾ, ਜਦੋਂ ਦੂਸਰਾ ਪ੍ਰਧਾਨ ਆਉਂਦਾ ਉਹਨੂੰ ਤੋੜ ਦਿੰਦਾ, ਉਹ ਫਿਰ ਆਪਣੀ ਮਰਜ਼ੀ ਨਾਲ ਬਣਾ ਰਿਹਾ। ਕੇਵਲ ਸਾਡੀ ਜਿਹੜੀ 2 ਸਾਲ ਦੇ ਵਾਸਤੇ ਕਮੇਟੀ ਆਂਦੀ ਆ ਉਸ ਦਾ ਸਾਰਾ ਜ਼ੋਰ ਹੀ ਉੱਥੇ ਲੱਗ ਜਾਂਦਾ ਪੈਸੇ ਦਾ। ਹੁਣ ਗੁਰੂ ਘਰ ਦੇ ਕੀਰਤਨੀਆਂ ਨੂੰ ਕੌਣ ਪੈਸਾ ਦੇਗਾ? ਤੇ ਫਿਰ ਇਤਨੀ ਇਨਕਮ ਹੈ ਨਹੀਂ, ਕਿਉਂਕਿ ਉਸ ਦੇ ਮਨ ਵਿੱਚ ਪਹਿਲੇ ਗੱਲ ਹੋਈ ਹੁੰਦੀ ਹੈ ਕਿ ਮੈਂ ਲੋਕਾਂ ਦੇ ਸਾਹਮਣੇ ਇਹ ਗੱਲ ਕਰਾਂ ਕਿ ਮੈਂ ਇਹ ਚੀਜ਼ ਪੈਦਾ ਕਰ ਦਿੱਤੀ ਹੈ, ਮੇਰਾ ਨਾਮ ਬਣ ਜਾਵੇ। ਉਹ ਨਾਮ ਬਣਾਉਣ ਦੀ ਕੋਸ਼ਿਸ਼ 2 ਸਾਲ ਉਸਦੇ ਪੂਰੇ ਹੋ ਜਾਂਦੇ। ਕਈ ਵਾਰੀ ਸਾਡਾ ਐਸਾ ਦੇਖਣ ਵਿੱਚ ਆਉਂਦਾ, ਫਿਰ ਉਹ ਹੋਰ ਟਾਈਮ ਮੰਗਦੇ ਨੇ ਜਾ ਕੇ ਕਿ ਨਹੀਂ ਜੀ ਸਾਨੂੰ ਹੋਰ 6 ਮਹੀਨੇ ਵਾਸਤੇ ਦਿੱਤਾ ਜਾਵੇ, 8 ਮਹੀਨੇ ਵਾਸਤੇ ਦਿੱਤਾ ਜਾਵੇ। ਤੇ ਗੁਰੂ ਘਰ ਦੀ ਵਿਚਾਰਧਾਰਾ ਦੇ ਉੱਤੇ ਇੱਕ ਵੀ ਪੁਆਇੰਟ ਇੱਕ ਬੱਚਾ ਤਿਆਰ ਨਹੀਂ ਕੀਤਾ ਜਾ ਸਕਦਾ। ਮੈਂ ਕਈ ਵਾਰੀ ਅਸੀਂ ਇਹ ਗੱਲ ਸਟੇਜਾਂ 'ਤੇ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦਾਖਲ ਕਰਾਉਂਦੇ ਹਾਂ। ਕਈ ਵਾਰੀ ਛੋਟੇ ਸਕੂਲ ਤੋਂ ਲੈ ਕੇ 30-30 40-40 ਕਿਲੋਮੀਟਰ ਤੱਕ ਬੱਚਿਆਂ ਨੂੰ ਅਸੀਂ ਲੈ ਜਾਂਦੇ ਹਾਂ, ਉੱਥੇ ਇਤਨੀ ਫੀਸ ਵੀ ਦਿੰਦੇ ਹਾਂ, ਗੱਡੀਆਂ ਦੀਆਂ ਫੀਸਾਂ ਵੀ ਅਸੀਂ ਭਰਦੇ ਹਾਂ। ਕਿਉਂ ਭਰਦੇ ਹਾਂ? ਕਿ ਉਹ ਸਕੂਲ ਚੰਗਾ। ਅਸੀਂ ਕਦੇ ਇਹ ਖਿਆਲ ਨਹੀਂ ਕੀਤਾ ਕਿ ਸਾਡਾ ਸਕੂਲ ਜਿਹੜਾ ਹੈ, ਜਿਹੜਾ ਸਾਡੀ ਸਤਸੰਗਤ ਸਤਿਗੁਰੂ ਚੜਸਾਲ ਹੈ ਜੀ, ਧਾਰਗੁਣ ਸਿੱਖਾ, ਇਹ ਗੁਰੂ ਘਰ ਸਾਡੇ ਚੜਸਾਲ ਸਨ ਜਿੱਥੋਂ ਅਸੀਂ ਵਿਚਾਰਧਾਰਾ ਨੂੰ ਸਿੱਖਣਾ ਸੀ। ਤੇ ਕਦੇ ਅਸੀਂ ਇਹ ਖਿਆਲ ਨਹੀਂ ਕੀਤਾ ਕਿ ਸਾਡਾ ਜਿਹੜਾ ਇੱਥੇ ਦਾ ਸਕੂਲ ਦਾ ਗੁਰੂ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਕੌਣ ਹੈ? ਉਹ ਪ੍ਰਧਾਨ ਹੈ, ਉਹ ਸਕੱਤਰ ਹੈ। ਅਸੀਂ ਕਦੇ ਖਿਆਲ ਨਹੀਂ ਕੀਤਾ ਕਿ ਨਲਾਇਕ ਪ੍ਰਧਾਨ ਹੈ ਸਾਡਾ ਸਕੱਤਰ ਨਲਾਇਕ ਹੈ, ਸਾਡੀ ਕਮੇਟੀ ਪੂਰੇ ਤੌਰ ਦੇ ਉੱਤੇ ਜਿਹੜੀ ਆ ਟੀਚਰ ਜਿਹੜੇ ਨੇ ਉਹ ਸਹੀ ਨਹੀਂ ਹਨ। ਫਿਰ ਵੀ ਅਸੀਂ ਬੋਲ ਨਹੀਂ ਰਹੇ ਹਾਂ। ਇਸੇ ਵਾਸਤੇ ਆਪ ਜੀ ਨਾਲ ਮੈਂ ਪਹਿਲੇ ਇੱਕ ਗੱਲ ਕੀਤੀ ਸੀ ਕਿ ਬੋਲ ਸੋ ਧਰਮੀ ਅੜਿਆ, ਮੋਨ ਕਾ ਧਾਰੀ ਰਾਮ। ਸੰਗਤਾਂ ਨੂੰ ਚਾਹੀਦਾ ਕਿ ਮੋਨ ਧਾਰਨ ਮਤ ਧਾਰਨ ਕਰ ਲਵੋ। ਇਸ ਚੀਜ਼ ਨੂੰ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਕਿਸੇ ਨਾਲ ਝਗੜਾ ਕੀਤਾ ਜਾਏ, ਕਿਸੇ ਦੀ ਆਨ ਸ਼ਾਨ ਦੇ ਖਿਲਾਫ ਬੋਲਿਆ ਜਾਏ, ਨਹੀਂ। ਅਸੀਂ ਵਿਚਾਰਧਾਰਾ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਵੇ ਕਿ ਤੁਸੀਂ ਗੁਰੂ ਦੀ ਵਿਚਾਰਧਾਰਾ ਗੁਰੂ ਘਰਾਂ ਵਿੱਚੋਂ ਕੱਢੋ, ਨਹੀਂ ਕੱਢ ਸਕਦੇ ਤੇ ਤੁਸੀਂ ਪ੍ਰਧਾਨਗੀ ਛੱਡ ਦਿਓ। ਅੱਜ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਜਿਵੇਂ ਉਹਨੇ ਵਿਚਾਰ ਕੀਤੀ ਤੁਹਾਡੇ ਨਾਲ ਕਿ ਇੱਕ ਗੁਰੂ ਘਰ ਦਾ ਕੀਰਤਨੀ ਹੈ, ਉਹ ਅੱਜ ਇੱਥੇ ਦਾ ਰਹਿਣ ਵਾਲਾ ਹੈ, ਸਿੰਬਲ ਮੋੜ ਦਾ ਰਹਿਣ ਵਾਲਾ ਹੈ। ਉਹ ਸਿੰਬਲ ਮੋੜ ਦਾ ਗੁਰੂ ਘਰ ਦਾ ਕੀਰਤਨੀ ਅੱਜ ਉਹ ਕੀਰਤਨ ਛੱਡ ਕੇ ਮੋਮੋ ਦੀ ਰੇਹੜੀ ਚਲਾ ਰਿਹਾ ਹੈ। ਕਹਿੰਦਾ ਮੇਰਾ ਘਰ ਇਹਦੇ ਨਾਲ ਸਰਵਾਈਵ ਨਹੀਂ ਕਰਦਾ, ਮੈਂ ਆਪਣਾ ਜੋ ਘਰ ਹੈ ਆਪਣਾ ਨਹੀਂ ਚਲਾ ਸਕਦਾ। ਉਹ ਗੁਰੂ ਘਰ ਦਾ ਕੀਰਤਨੀ ਇਹ ਕੀਰਤਨ ਛੱਡ ਕੇ ਅੱਜ ਮੋਮੋ ਦੀ ਰੇਹੜੀ ਲਗਾਉਂਦਾ, ਔਰ ਅੱਜ ਉਹ ਕਹਿੰਦਾ ਕਿ 1000-1500 ਰੁਪਇਆ ਮੇਰਾ ਪ੍ਰਤੀ ਦਿਨ, ਮਤਲਬ ਦਿਨ ਬ ਦਿਨ ਜੋ ਹਰ ਦਿਨ ਉਹਦਾ 1500 ਰੁਪਇਆ ਉਹਦੀ ਦਿਹਾੜੀ ਨੂੰ ਮਿਲ ਜਾਂਦੀ ਹੈ। ਤੇ ਤੁਸੀਂ ਦੱਸੋ ਕਿਵੇਂ ਗੁਰੂ ਘਰਾਂ 'ਚ ਲੋਕੀ ਜਾਣਗੇ? ਕਿਵੇਂ ਜੋ ਕੀਰਤਨੀ ਹਨ ਗੁਰੂ ਘਰਾਂ ਨੂੰ ਛੱਡ ਕੇ ਉਹ ਹੋਰ ਬਿਜ਼ਨਸ ਅਪਣਾ ਰਹੇ ਹਨ? ਤਾਂ ਕੀ ਦੇਖੋ, ਅਸੀਂ ਪਹਿਲੇ ਵੀ ਇਹ ਗੱਲ, ਸਾਡਾ ਪ੍ਰਬੰਧ ਠੀਕ ਨਾ ਹੋਣ ਦੇ ਕਾਰਨ ਅੱਜ ਸਾਡੇ ਗ੍ਰੰਥੀਆਂ ਦੀ ਇਹ ਪੋਜੀਸ਼ਨ ਹੈ। ਸਾਡਾ ਕੋਈ ਵੀ ਬੱਚਾ ਜਿਹੜਾ ਗ੍ਰੰਥੀ ਬਣਨ ਵਾਸਤੇ ਤਿਆਰ ਨਹੀਂ। ਮੈਨੂੰ ਮਾफ़ ਕਰ ਦੇਣਾ, ਮੈਂ ਇੱਕ ਗੱਲ ਆਪ ਜੀ ਮਾਧਿਅਮ ਰਾਹੀਂ ਕਹਿ ਦੇਵਾਂਗਾ ਹੁਣ ਸੰਗਤਾਂ ਨੂੰ, ਜਿਹੜੇ ਇਸ ਵੇਲੇ ਜਿਤਨੀ ਅਗਰ ਭਰਪੂਰ ਹੈ, ਅਸੀਂ ਫ੍ਰੀ ਕਲਾਸਾਂ ਲਗਾ ਰਹੇ ਹਾਂ ਸੰਥਿਆ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਸ਼ੁੱਧ ਪਾਠ ਦੀਆਂ ਅਸੀਂ ਫ੍ਰੀ ਕਲਾਸਾਂ ਲਗਾ ਰਹੇ ਹਾਂ। ਅਸੀਂ ਬੱਚਿਆਂ ਨੂੰ ਬਾਰ-ਬਾਰ ਕੱਢ ਕੇ ਲੋਕਾਂ ਦੀ ਤਰਲੇ ਕਰ ਕਰਕੇ ਮਿਹਨਤ ਕਰਕੇ ਅਸੀਂ ਲਿਆਂਦੇ ਵੀ ਆਓ ਅਸੀਂ ਫ੍ਰੀ ਸਿਖਾ ਰਹੇ ਹਾਂ ਤੁਹਾਨੂੰ, ਸਮਾਂ ਆਪਣਾ ਅਸੀਂ ਕੱਢ ਕੇ ਦੇ ਰਹੇ ਹਾਂ ਤੁਹਾਨੂੰ, ਤੇ ਆਓ ਅਸੀਂ ਇਹ ਸਿੱਖ ਲਈਏ। ਪਰ ਇਸ ਪਾਸੇ ਵੱਲ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਸਿੱਖਣ ਵਾਲੇ ਪਾਸੇ ਕੋਈ ਨਹੀਂ ਆ ਰਿਹਾ, ਬਹੁਤ ਘੱਟ ਗਿਣਤੀ ਆ ਰਹੀ ਹੈ। ਪਰ ਕੀਰਤਨ ਵਾਲੇ ਪਾਸੇ ਬਹੁਤ ਜ਼ਿਆਦਾ ਜਾ ਰਹੇ ਨੇ। ਮੈਂ ਆਪ ਜੀ ਤੋਂ ਮਾफ़ੀ ਮੰਗ ਲਵਾਂਗਾ, ਲੇਕਿਨ ਮੈਨੂੰ ਦਾਸ ਨੂੰ ਸਿਰਫ ਇਹ ਸਮਝ ਆ ਰਹੀ ਹੈ ਕਿ ਕੀਰਤਨ ਵਾਲੇ ਪਾਸੇ ਅਸੀਂ 500-500 ਰੁਪਇਆ ਦੇ ਕੇ ਵੀ ਜੋ ਕੀਰਤਨ ਸਿੱਖਣ ਵਾਸਤੇ ਤਿਆਰ ਹਾਂ, ਸਿਰਫ ਸਾਡੇ ਪਿੱਛੇ ਇਹ ਪ੍ਰਭਾਵ ਪਿਆ, ਸਾਡੇ ਮਨ ਦੇ ਉੱਤੇ ਇਹ ਜਿਹੜਾ
ਇੱਕ ਬੜਾ ਬੋਝ ਬਣਿਆ ਹੋਇਆ ਕਿ ਅਸੀਂ ਕੀਰਤਨ ਸਿੱਖ ਲਵਾਂਗੇ ਤੇ ਸਿੱਖ ਕੇ ਅਸੀਂ ਫਾਰਨ ਕੰਟਰੀ ਦਾ ਵੀਜ਼ਾ ਭਰ ਲਵਾਂਗੇ ਤੇ ਉੱਥੇ ਜਾ ਕੇ ਅਸੀਂ ਪੈਸਾ ਕਮਾਵਾਂਗੇ। ਗੁਰੂ ਦੀ ਵਿਚਾਰਧਾਰਾ ਨਾਲ ਜੁੜਨ ਦਾ ਸਾਡਾ ਕਿਤੇ ਨਹੀਂ ਹੈ। ਗੁਰੂ ਕੇ ਪਿਆਰੇ ਬੜੇ ਐਸੇ ਵੀ ਹਨ, ਕੋਈ ਹਰਿਆ ਬੂਟ ਰਿਓਰੀ, ਬਹੁਤ ਸੰਸਾਰ ਦੇ ਵਿੱਚ ਐਸੇ ਵੀ ਲੋਕ ਹਨ ਕਿ ਜਿਹੜੇ ਗੁਰੂ ਦੀ ਵਿਚਾਰਧਾਰਾ ਨੂੰ ਸਮਝਦਿਆਂ ਹੋਇਆਂ ਗੁਰੂ ਦੀ ਬਾਣੀ ਦੇ ਨਾਲ ਜੁੜਨ ਵਾਸਤੇ ਕੀਰਤਨ ਸਿੱਖਦੇ ਨੇ, ਗੁਰੂ ਦੀ ਬਾਣੀ ਨਾਲ ਜੁੜਨ ਵਾਸਤੇ ਉਹ ਪਾਠ ਵੀ ਸਿੱਖਦੇ ਨੇ। ਲੇਕਿਨ ਇਹ ਚੀਜ਼ਾਂ ਸਾਡੀਆਂ ਗੁਰਦੁਆਰਾ ਸਾਹਿਬ ਤੋਂ ਬੰਦ ਹੋ ਰਹੀਆਂ ਨੇ। ਸਾਨੂੰ ਸਾਰੀ ਸੰਗਤਾਂ ਨੂੰ ਮੈਂ ਬੇਨਤੀ ਅਸੀਂ ਇਹ ਗੱਲ ਕਰਾਂਗੇ, ਹਰ ਸਟੇਜ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜੇ ਪ੍ਰਬੰਧਕ ਨਹੀਂ ਠੀਕ ਹਨ ਉਹਨਾਂ ਨੂੰ ਆਵਾਜ਼ ਉਠਾ ਕੇ ਚੁੱਪ ਕਰਕੇ ਨਾ ਬੈਠੋ। ਜੇ ਤੁਸੀਂ ਧਰਮੀ ਅਖਾਉਣ ਵਾਲੇ, ਗੁਰੂ ਕਹਿ ਰਿਹਾ ਤੁਹਾਨੂੰ ਬੋਲ ਸੋ ਧਰਮੀ ਅੜਿਆ ਮੋਹਨ ਕਾ ਧਾਰੀ ਰਾਮ, ਕਿਉਂ ਚੁੱਪ ਕਰਕੇ ਬੈਠਾ ਤਾਂ ਤੂੰ ਬੋਲ ਤੇ ਸਹੀ, ਤੂੰ ਕਿਸੇ ਦੀ ਵਿਰੋਧਤਾ ਨਹੀਂ ਕਰ, ਉਹਨਾਂ ਨੂੰ ਕਹਿ ਤੇ ਸਹੀ ਵੀ ਤੁਹਾਡਾ ਗੁਰੂ ਘਰ ਦੇ ਵਿੱਚ ਵਿਚਾਰਧਾਰਾ ਨਹੀਂ ਨਿਕਲ ਰਹੀ। ਕਿਤਨੇ ਬੱਚੇ ਤਿਆਰ ਕਰ ਰਹੇ ਨੇ, ਇੱਕ ਕਮੇਟੀ 2 ਸਾਲ ਵਾਸਤੇ ਪ੍ਰਧਾਨ ਆਂਦਾ, ਉਹ ਸਾਨੂੰ ਇਹ ਗੱਲ ਦੱਸ ਦੇਣ। ਕਿਸੇ ਗੁਰਦੁਆਰੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕੋਈ ਬੱਚਾ ਸਾਡਾ ਨਹੀਂ ਨਿਕਲ ਰਿਹਾ, ਕੀਰਤਨ ਸਿੱਖ ਕੇ ਨਹੀਂ ਨਿਕਲ ਰਿਹਾ, ਪਾਠ ਸਿੱਖ ਕੇ ਨਹੀਂ ਨਿਕਲ ਰਿਹਾ। ਤੇ ਇਹ ਸਾਡੀ ਕਮਜ਼ੋਰੀ ਕੇਵਲ ਸਾਡੇ ਪ੍ਰਬੰਧ ਦੇ ਕਾਰਨ ਹੋ ਰਹੀ ਹੈ। ਇਹਨੂੰ ਪ੍ਰਬੰਧ ਨੂੰ ਠੀਕ ਕਰਨ ਵਾਸਤੇ ਉੱਪਰਲਾ ਲੈਵਲ ਤਾਂ ਸਾਡਾ ਠੀਕ ਨਹੀਂ ਅਸੀਂ ਸਮਝਦੇ ਹਾਂ ਕਿ ਕਿਉਂਕਿ ਉਹ ਕਿਸੇ ਅਦਾਰੇ ਦੇ ਅਧੀਨ ਚਲਾ ਗਿਆ ਹੈ, ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹ ਕਿਸੇ ਅਦਾਰੇ ਦੇ ਵਿਚਾਰਧਾਰਾ ਵਿੱਚ ਚਲਾ ਗਿਆ ਹੋਇਆ, ਪਰ ਉਹ ਸਾਰਿਆਂ ਨੂੰ ਲਿਜਾ ਕੇ ਜਾ ਰਿਹਾ। ਤੇ ਜਿਹੜੇ ਸੁਚੇਤ ਹਨ ਉਹਨਾਂ ਨੂੰ ਇਸ ਚੀਜ਼ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਗੁਰੂ ਦੀ ਵਿਚਾਰਧਾਰਾ ਨਹੀਂ ਚੱਲ ਰਹੀ ਤੇ ਉਹਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਸਾਨੂੰ, ਤਾਂ ਕਿ ਉਹ ਲੋਕ ਆਪਣੇ ਆਪ ਪਿੱਛੇ ਹਟ ਜਾਣ। ਕੋਈ ਬੋਲਦਾ ਨਹੀਂ, ਸੰਗਤ ਬੋਲਦੀ ਨਹੀਂ, ਇਸ ਵਾਸਤੇ ਇਹ ਹਾਲਾਤ ਸਾਡੇ ਵੱਧਦੇ ਹੀ ਜਾ ਰਹੇ ਨੇ। ਤੁਸੀਂ ਦੇਖਿਆ ਜਿਵੇਂ ਕਿ ਵੀਰ ਜੀ ਨਾਲ ਗੱਲਬਾਤ ਕੀਤੀ ਹੈ, ਹੁਣ ਤੁਸੀਂ ਸਾਰੀ ਸੰਗਤ ਜੀ, ਤੁਸੀਂ ਸਾਰੇ ਆਡੀਅנס ਜੋ ਸੰਗਤ ਸਾਰੀ ਇਹ ਦੇਖ ਰਹੀ ਹੈ, ਇਹ ਫੈਸਲਾ ਇਹਦਾ ਤੁਸੀਂ ਲੈਣਾ ਹੈ ਕਿ ਗੁਰੂ ਘਰਾਂ ਨੂੰ ਕਿਵੇਂ ਸਾਂਭਿਆ ਜਾਏ ਤੇ ਕਿਹੜੇ ਅਹੁਦੇਦਾਰ ਕਿਸ ਤਰ੍ਹਾਂ ਚੁਣੇ ਜਾਣ, ਕਿੱਦਾਂ ਦੇ ਉਹਨਾਂ ਦੇ ਕਰੈਕਟਰ ਤੇ ਵੀ ਕਿਸੇ ਤੇ ਉਂਗਲੀ ਨਾ ਉੱਠੇ, ਕਿੱਦਾਂ ਦੇ ਤੁਹਾਨੂੰ ਅਹੁਦੇਦਾਰ ਚਾਹੀਦੇ ਨੇ, ਕਿੱਥੇ ਕਿ ਜਿਹੜੇ ਗੁਰੂ ਘਰ ਦਾ ਪ੍ਰਚਾਰ ਹੋਏ, ਕਿਵੇਂ ਤੁਹਾਡੇ ਬੱਚਿਆਂ ਨੂੰ ਸੇਧ ਮਿਲ ਸਕੇ ਔਰ ਉਹ ਅੱਗੇ ਵਧ